स्टूडेंट ਤੁਹਾਡਾ ਆਪਣੇ ਚੈਨਲ ਗਵਰਨਮੈਂਟ ਨਿਊਜ਼ ਜੌਬ ਵਿਦ ਗਗਨ ਤੇ ਸਵਾਗਤ ਹੈ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਹਾਈਟ ਐਂਡ ਡਿਸਟੈਂਸ ਬਾਰੇ ਸਵਾਲਾਂ ਦੀ। ਇਹਨਾਂ ਸਵਾਲਾਂ ਨੂੰ ਆਪਾਂ ਸਿਰਫ ਟ੍ਰਿਕੀ ਮੈਥਡ ਦੁਆਰਾ ਕਰਾਂਗੇ, ਕੋਈ ਵੀ ਫਾਰਮੂਲਾ ਯੂਜ਼ ਨਹੀਂ ਕਰਾਂਗੇ ਅਤੇ ਨਾ ਹੀ ਕੋਈ ਜ਼ਿਆਦਾ ਕੈਲਕੂਲੇਸ਼ਨ ਕਰਾਂਗੇ। ਤੁਹਾਨੂੰ ਸਭ ਤੋਂ ਪਹਿਲਾਂ ਉਸ ਰੇਸ਼ੋ ਬਣਦੀ ਹੁੰਦੀ ਉਸ ਬਾਰੇ ਦੱਸ ਦਿੰਦੇ ਹਾਂ। ਜਦੋਂ ਕੋਈ ਐਂਗਲ 45 ਡਿਗਰੀ ਦਾ ਹੋਵੇ ਤਾਂ ਉਹਨਾਂ ਦੇ ਸਾਹਮਣੇ ਦੀ ਰੇਸ਼ੋ 1:1 ਤੇ ਹਾਈਪੋਟੀਨਸ ਦੀ ਰੇਸ਼ੋ √2 ਹੁੰਦੀ ਹੈ। ਅਤੇ ਜਦੋਂ ਕੋਈ ਟ੍ਰਾਇੰਗਲ ਇਸ ਪ੍ਰਕਾਰ ਬਣੇ, ਇੱਕ ਐਂਗਲ 60 ਦਾ ਅਤੇ ਦੂਸਰਾ 30 ਡਿਗਰੀ ਦਾ ਹੋਵੇ ਤਾਂ 60 ਦੇ ਸਾਹਮਣੇ ਦੀ ਰੇਸ਼ੋ √3, 30 ਦੇ ਸਾਹਮਣੇ ਦੀ ਰੇਸ਼ੋ 1 ਅਤੇ ਹਾਈਪੋਟੀਨਸ ਦੀ ਰੇਸ਼ੋ 2 ਹੁੰਦੀ ਹੈ। ਜਾਂ ਇਸ ਪ੍ਰਕਾਰ ਦੀ ਕੋਈ ਰੇਸ਼ੋ ਬਣ ਸਕਦੀ ਹੈ। ਜਦੋਂ ਕੋਈ ਐਂਗਲ ਪਹਿਲਾਂ 45 ਡਿਗਰੀ ਦਾ ਹੋਵੇ ਤਾਂ ਉਸ ਦੇ ਸਾਹਮਣੇ ਦੀ ਰੇਸ਼ੋ 1, 45 ਦੇ ਸਾਹਮਣੇ ਦੀ ਰੇਸ਼ੋ 1 ਅਤੇ ਜਦੋਂ ਐਂਗਲ 30 ਡਿਗਰੀ ਦਾ ਹੁੰਦਾ ਤਾਂ ਉਸ ਦੇ ਸਾਹਮਣੇ ਦੀ ਰੇਸ਼ੋ 1 ਅਤੇ ਆਹ ਪੂਰਾ ਐਂਗਲ 60 ਡਿਗਰੀ ਦਾ ਹੋਗਾ ਤਾਂ ਉਸ ਦੇ ਸਾਹਮਣੇ ਦੀ ਰੇਸ਼ੋ √3 ਹੋਊਗੀ। ਹੁਣ ਇਸ ਪ੍ਰਕਾਰ ਇਸ ਦੇ ਵਿੱਚ ਕੀ ਹੋਊਗਾ, ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਦੀ ਰੇਸ਼ੋ 1 ਹੋਊਗੀ, ਜਿਸ ਨੂੰ ਆਪਾਂ 100 ਵੀ ਲੈ ਸਕਦੇ ਹਾਂ, ਅਤੇ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਦੀ ਰੇਸ਼ੋ √3 -1 ਹੋਊਗੀ, ਜਾਣੀ ਕਿ 0.73 ਹੋਊਗੀ। ਜਾਂ ਇਸ ਪ੍ਰਕਾਰ ਦਾ ਕੋਈ ਐਂਗਲ ਆ ਸਕਦਾ ਹੈ, 30 ਡਿਗਰੀ ਦੇ ਸਾਹਮਣੇ ਦੀ ਰੇਸ਼ੋ 1 ਹੋਊਗੀ, ਪੂਰਾ ਐਂਗਲ 60 ਡਿਗਰੀ ਦਾ, ਉਸ ਦੇ ਸਾਹਮਣੇ ਦੀ ਰੇਸ਼ੋ √3 ਹੋਊਗੀ। ਤਾਂ ਜਦੋਂ ਇਸ ਪ੍ਰਕਾਰ ਇਸ ਲਾਈਨ ਵੱਲ ਆਪਾਂ ਵੱਧਦੇ ਹਾਂ ਤਾਂ ਇਸ 'ਤੇ 60 ਡਿਗਰੀ ਦੇ ਐਂਗਲ ਦੇ ਸਾਹਮਣੇ ਦੀ ਰੇਸ਼ੋ √3 ਹੋਊਗੀ ਅਤੇ 30 ਡਿਗਰੀ ਦੇ ਐਂਗਲ ਦੇ ਸਾਹਮਣੇ ਦੀ ਰੇਸ਼ੋ 1 ਹੋਊਗੀ। ਹੁਣ ਇਸ ਪ੍ਰਕਾਰ ਕੀ ਆ, ਜਦੋਂ ਪੂਰੇ ਐਂਗਲ ਨੂੰ ਆਪਾਂ 60 ਡਿਗਰੀ ਦਾ ਲੈਂਦੇ ਹਾਂ ਤਾਂ ਉਸ ਦੀ ਰੇਸ਼ੋ √3 ਹੋਊਗੀ। ਇਸ ਨੂੰ ਆਪਾਂ ਦੋ ਭਾਗਾਂ ਵਿੱਚ ਡਿਵਾਈਡ ਕਰਾਂਗੇ, ਇੱਕ 60 ਡਿਗਰੀ ਤੱਕ ਅਤੇ ਇੱਕ 30 ਡਿਗਰੀ ਤੱਕ। ਜੋ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਦੀ ਰੇਸ਼ੋ ਹੋਊਗੀ ਉਹ 1 ਹੋਊਗੀ। ਇਹ √3 ਨੂੰ ਹੀ ਆਪਾਂ ਦੋਨੇ ਭਾਗਾਂ ਵਿੱਚ ਡਿਵਾਈਡ ਕੀਤਾ ਗਾ। ਆਹ ਪੂਰੀ ਰੇਸ਼ੋ ਲੈਣ ਦੀ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਦੀ √3 ਹੋਊਗੀ। ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਦੀ ਰੇਸ਼ੋ ਜੋ √3 ਨੂੰ ਡਿਵਾਈਡ ਕਰਾਂਗੇ ਫਰਦਰ ਤਿੰਨ ਯੂਨਿਟਾਂ ਦੇ ਵਿੱਚ 1 ਯੂਨਿਟ ਹੋਊਗੀ ਅਤੇ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਦੀ ਰੇਸ਼ੋ ਜੋ ਹੋਊਗੀ 2 ਯੂਨਿਟ ਹੋਊਗੀ। ਇਹ 2 ਅਤੇ 3 ਯੂਨਿਟ ਦੋਨਾਂ ਨੂੰ ਪਲੱਸ ਕਰਕੇ √3 ਬਣੂਗੀ ਇਸ ਦੀ ਜੋ ਰੇਸ਼ੋ ਹੋਊਗੀ। ਅਤੇ 60 ਦੇ ਸਾਹਮਣੇ ਦੀ ਰੇਸ਼ੋ ਤੁਹਾਨੂੰ ਪਤਾ √3 ਅਤੇ 30 ਦੇ ਸਾਹਮਣੇ ਦੀ ਰੇਸ਼ੋ 1 ਹੋਊਗੀ। 1 ਇਸ ਵਿੱਚ √3 ਦੇ ਇਕੁਅਲ ਆ। ਆਪਾਂ ਸਵਾਲ ਦੀ ਗੱਲ ਕਰਦੇ ਹਾਂ। ਇਸ ਪ੍ਰਕਾਰ ਆਪਾਂ ਐਂਗਲ ਆਫ ਐਲੀਵੇਸ਼ਨ ਪਤਾ ਕਰਨਾ ਵੈਨ ਹਾਈਟ ਆਫ ਟਾਵਰੇਜ 100 ਫੁੱਟ ਆ ਅਤੇ ਇਟਸ ਸ਼ੈਡੋ ਇਜ਼ ਆਲਸੋ 100 ਫੁੱਟ। ਇਸ ਪ੍ਰਕਾਰ ਦੀ ਹੁਣ ਆਪਣੇ ਕੋਲ ਟਰਾਇੰਗਲ ਬਣ ਗਈ। ਹਾਈਟ ਆ ਜੋ ਟਾਵਰ ਦੀ ਉਹ 100 ਫੁੱਟ ਆ ਅਤੇ ਉਸ ਦਾ ਸ਼ੈਡੋ ਬਣ ਰਿਹਾ ਹੈਗਾ ਉਹ ਵੀ 100 ਫੁੱਟ ਬਣ ਰਿਹਾ ਹੈਗਾ। ਦੂਰੋਂ ਹੁਣ ਆਪਾਂ ਇਹ ਐਂਗਲ ਨੂੰ ਅਤੇ ਇਸ ਐਂਗਲ ਨੂੰ ਅਤੇ ਇਸ ਐਂਗਲ ਨੂੰ ਪਤਾ ਕਰਨਾ। ਹੁਣ ਆਪਾਂ ਨੂੰ ਪਤਾ ਇਸ ਦੀ ਜਦੋਂ 100 ਨੂੰ ਅਤੇ 100 ਨੂੰ ਕੱਟਾਂਗੇ ਇਸ ਦੀ ਰੇਸ਼ੋ 1:1 ਆ ਜਾਊਗੀ। 1:1 ਆਪਾਂ ਨੂੰ ਪਤਾ ਕਿਹੜੇ ਐਂਗਲ ਦੇ ਵਿੱਚ ਬਣਦੀ ਹੁੰਦੀ ਆ, 45 ਡਿਗਰੀ ਦੇ ਐਂਗਲ ਦੇ ਵਿੱਚ। ਇਸ ਪ੍ਰਕਾਰ ਜੋ ਆਹ ਐਂਗਲ ਹੋਊ ਉਹ ਵੀ 45 ਡਿਗਰੀ ਦਾ ਬਣ ਜੂ ਅਤੇ ਜੋ ਆਹ ਐਂਗਲ ਹੋਊ ਉਹ ਵੀ 45 ਡਿਗਰੀ ਦਾ ਬਣ ਜੂ। ਇਸ ਤੋਂ ਆਪਾਂ ਬਿਨਾਂ ਕੋਈ ਕੈਲਕੂਲੇਸ਼ਨ ਕੀਤੇ, ਬਿਨਾਂ ਕਿਸੇ ਫਾਰਮੂਲੇ ਨੂੰ ਵਰਤੇ ਤੋਂ ਸਿੱਧਾ ਰੇਸ਼ੋ ਨੂੰ ਦੇਖ ਕੇ ਹੀ ਪਤਾ ਲਾ ਸਕਦੇ ਵੀ ਐਂਗਲ ਕਿੰਨੇ ਡਿਗਰੀ ਦਾ ਹੋਊਗਾ। 1:1 ਬਣ ਰਹੀ ਆ ਤਾਂ ਐਂਗਲ ਦੋਨੇ ਵੀ 45 ਅਤੇ 45 ਦੇ ਐਂਗਲ ਹੋਣਗੇ। ਹੁਣ ਆਪਾਂ ਅਗਲੇ ਸਵਾਲ ਦੀ ਗੱਲ ਕਰਦੇ ਹਾਂ। ਇਸ ਪ੍ਰਕਾਰ ਇਸ ਸਵਾਲ ਵਿੱਚ ਆਪਾਂ ਨੂੰ ਤਾਂ ਫਾਈਂਡ ਦਾ ਐਂਗਲ ਆਫ ਐਲੀਵੇਸ਼ਨ ਵੈਨ ਹਾਈਟ ਆਫ ਟਾਵਰੇਜ √300 ਮੀਟਰ ਐਂਡ ਇਟਸ ਸ਼ੈਡੋ ਇਜ਼ 100 ਮੀਟਰ। ਹੁਣ ਆਪਾਂ ਨੂੰ ਪਤਾ ਇਸ ਸਵਾਲ ਦੇ ਵਿੱਚ ਕੀ ਰੇਸ਼ੋ ਬਣ ਰਹੀ ਆ। 300 ਨੂੰ 100 ਦੇ ਨਾਲ ਕੱਟ ਦਾਂਗੇ, 1:√3 ਬਣ ਰਹੀ ਆ। ਹੁਣ ਆਪਾਂ ਨੂੰ ਪਤਾ 1:√3 ਕਿਹੜੇ ਐਂਗਲਾਂ ਦੇ ਵਿੱਚ ਬਣਦੀ ਹੁੰਦੀ ਆ। ਐਂਗਲ 60 ਦੇ ਸਾਹਮਣੇ ਦੀ ਰੇਸ਼ੋ √3 ਹੋਊਗੀ ਅਤੇ ਐਂਗਲ 30 ਦੇ ਸਾਹਮਣੇ ਦੀ ਰੇਸ਼ੋ 1 ਹੋਊਗੀ। ਇਸ ਪ੍ਰਕਾਰ ਇਸ ਦੇ ਵਿੱਚ ਆਪਾਂ ਐਂਗਲਾਂ ਨੂੰ ਪਤਾ ਕਰ ਲਾਂਗੇ। 30 ਡਿਗਰੀ ਦੇ ਐਂਗਲ ਦੇ ਸਾਹਮਣੇ ਦੀ ਰੇਸ਼ੋ 1 ਹੋਊਗੀ ਅਤੇ 60 ਡਿਗਰੀ ਦੇ ਸਾਹਮਣੇ ਦੀ ਰੇਸ਼ੋ √3 ਹੋਊਗੀ। ਇਸ ਨੂੰ ਆਪਾਂ ਬਿਨਾਂ ਕਿਸੇ ਫਾਰਮੂਲੇ ਤੋਂ ਸਿੱਧਾ ਡਾਇਰੈਕਟ 60 ਡਿਗਰੀ ਅਤੇ 30 ਡਿਗਰੀ ਐਂਗਲ ਪਤਾ ਕਰ ਸਕਦੇ ਹਾਂ। ਹੁਣ ਆਪਾਂ ਅਗਲੇ ਸਵਾਲ ਦੀ ਗੱਲ ਕਰਦੇ ਹਾਂ। ਵੈਨ ਪ੍ਰੀਤ ਸੀ ਦਾ ਟੋਪ ਆਫ ਦਾ ਟਾਵਰ, the angle of elevation is
30 degree when he moved toward 7.3 meter toward tower. The angle of elevation is 45 degree. Find the height of tower. ਆਪਾਂ ਇਸ ਪ੍ਰਕਾਰ ਇਸ ਸਵਾਲ ਦੇ ਵਿੱਚ ਕੀ ਪਤਾ ਕਰਨਾ, ਟਾਵਰ ਦੀ ਹਾਈਟ ਪਤਾ ਕਰਨੀ ਹੈਗੀ। ਇਸ ਰੇਸ਼ੋ ਵਾਲਾ ਸਵਾਲ ਆ ਵੀ ਇਹ ਜਦੋਂ ਆਪਾਂ ਪਹਿਲਾਂ ਦੇਖਦੇ ਹਾਂ ਤਾਂ 30 ਡਿਗਰੀ ਦਾ ਐਂਗਲ ਬਣ ਰਿਹਾ ਹੁੰਦਾ, ਉਸ ਪ੍ਰਕਾਰ ਉਸ ਵੱਲ ਟੂਵਰਡ ਚੱਲਦੇ ਹਾਂ 7.3 ਮੀਟਰ ਚੱਲਦੇ ਹਾਂ ਤਾਂ ਉਸ ਦਾ ਜੋ ਐਂਗਲ ਹੁੰਦਾ 45 ਡਿਗਰੀ ਦਾ ਬਣ ਰਿਹਾ ਹੁੰਦਾ। ਹੁਣ ਆਪਾਂ ਨੂੰ ਇਹਨਾਂ ਨੇ ਇਸ ਦੇ ਐਂਗਲ ਦਿੱਤੇ ਨੇ 45 ਡਿਗਰੀ ਅਤੇ 30 ਡਿਗਰੀ। ਹੁਣ ਆਪਾਂ ਇਸ ਦੀ ਹਾਈਟ ਆ ਜੋ ਸਵਾਲ ਦੀ ਪਤਾ ਕਰਨੀ ਹੈਗੀ। ਹੁਣ ਹਾਈਟ ਨੂੰ ਪਤਾ ਕਰਨ ਲਈ ਆਪਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ 30 ਡਿਗਰੀ ਦੇ ਸਾਹਮਣੇ ਦੀ ਰੇਸ਼ੋ ਕਿੰਨੀ ਹੁੰਦੀ ਆ 1, ਅਤੇ ਆਹ ਜੋ ਪੂਰਾ ਐਂਗਲ ਆ ਆਹ ਪੂਰਾ ਐਂਗਲ 60 ਡਿਗਰੀ ਦਾ ਬਣ ਗਿਆ ਤਾਂ 60 ਡਿਗਰੀ ਦੇ ਸਾਹਮਣੇ ਦੀ ਰੇਸ਼ੋ ਕੀ ਹੋਊਗੀ √3। ਹੁਣ ਆਪਾਂ ਦੇਖਿਆ ਸੀਗਾ ਜਦੋਂ ਕੋਈ ਇੱਕ ਐਂਗਲ 30 ਡਿਗਰੀ ਦਾ ਹੋਵੇ ਅਤੇ ਇੱਕ ਐਂਗਲ 45 ਡਿਗਰੀ ਦਾ ਹੋਵੇ, 30 ਅਤੇ 45 ਵਾਲੇ ਪੂਰੇ ਦੀ ਰੇਸ਼ੋ √3 ਹੋਵੇ ਤਾਂ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਦੀ ਰੇਸ਼ੋ ਕਿੰਨੀ ਹੁੰਦੀ ਹੈਗੀ 1 ਹੁੰਦੀ ਆ। ਤਾਂ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਦੀ ਰੇਸ਼ੋ √3 - 1 7.3 ਅਪਰੋਕਸੀਮੇਟ ਹੁੰਦੀ ਹੈ। ਹੁਣ ਇਸ ਨੂੰ ਅਤੇ ਇਸ ਨੂੰ ਆਪਾਂ ਜੋੜ ਕਰ ਲਾਂਗੇ ਕਿਉਂਕਿ ਇਹਨਾਂ ਦਾ ਜੋੜ √3 ਹੁੰਦਾ ਗਾ। 7.3 ਪਲੱਸ 1 ਨਹੀਂ ਹੈਗੇ, ਇਸ ਦੇ ਵਿੱਚ 10 ਆ ਜੂਗਾ ਕਿਉਂਕਿ √3 ਦੇ ਵਿੱਚ ਇਸ ਪੁਆਇੰਟ ਨੂੰ ਆਪਾਂ 1 ਲੈਂਦੇ ਹੁੰਦੇ ਅਤੇ ਇਸ ਨੂੰ 0.73 ਲੈਂਦੇ ਹੁੰਦੇ, ਪਰ ਆਪਾਂ ਨੂੰ ਪਤਾ ਇਸ ਦੇ ਵਿੱਚ 0.1 ਅੱਖਰ ਛੱਡ ਕੇ ਲਿਖਿਆ ਹੋਇਆ। ਅਤੇ ਇਸ ਪ੍ਰਕਾਰ ਇਸ ਨਾਲ ਇੱਕ ਦੇ ਨਾਲ ਆਪਾਂ ਇੱਕ 0 ਲਾ ਦਾਂਗੇ। 10 ਪਲੱਸ 7.3 = 7.3 √3 ਦੀ ਵੈਲਿਊ ਆ ਗਈ 17.13 17.3। ਹੁਣ ਆਪਾਂ ਨੂੰ ਪਤਾ √3 ਦੇ ਸਾਹਮਣੇ ਦੀ ਵੈਲਿਊ ਕਿੰਨੀ ਹੋਊਗੀ 30 ਡਿਗਰੀ ਦੇ ਐਂਗਲ ਦੇ ਸਾਹਮਣੇ ਦੀ ਰੇਸ਼ੋ ਹੁੰਦੀ ਆ 1, ਪਰ ਆਪਾਂ ਨੂੰ ਪਤਾ 1 ਇਸ ਦੇ ਵਿੱਚ 10 ਦੇ ਬਰਾਬਰ ਹੈ ਅਤੇ ਇਸ ਦੀ ਹਾਈਟ ਕਿੰਨੀ ਆ ਜੂਗੀ 10। ਹੁਣ ਆਪਾਂ ਨੂੰ ਪਤਾ ਵੀ 45 ਡਿਗਰੀ ਦੇ ਸਾਹਮਣੇ ਦੀ ਰੇਸ਼ੋ 1 ਹੁੰਦੀ ਆ। ਆਹ ਐਂਗਲ ਵੀ 45 ਦਾ ਬਣੂਗਾ, ਆਹ ਐਂਗਲ 45 ਦਾ ਬਣੂ, ਇਸ ਦੇ ਸਾਹਮਣੇ ਦੀ ਰੇਸ਼ੋ ਵੀ 1 ਹੋਊਗੀ। 1 = 10। ਇਸ ਪ੍ਰਕਾਰ ਇਹ ਜੋ ਹਾਈਟ ਆ ਉਹ ਵੀ 1 = 10 ਮੀਟਰ ਹੋ ਜੂਗੀ ਜੋ ਹਾਈਟ ਹੋਊਗੀ ਟਾਵਰ ਦੀ। ਇਸ ਪ੍ਰਕਾਰ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ ਅਤੇ ਕਮੈਂਟ ਕਰਕੇ ਸਾਨੂੰ ਵੀਡੀਓ ਦੀਆਂ ਜੋ ਕਮੀਆਂ ਰਹਿ ਗਈਆਂ ਜਾਂ ਜੋ ਤੁਹਾਨੂੰ ਇਸ ਦੇ ਵਿੱਚ ਵਧੀਆ ਲੱਗਿਆ ਸਾਨੂੰ ਜ਼ਰੂਰ ਦੱਸੋ। ਧੰਨਵਾਦ।